हाँ जी गुरमुखो, वाहिगुरू जी का खालसा, वाहिगुरू जी की फतेह। ਅੱਜ ਆਪਾਂ ਇੱਕ बड़े अहम मुद्दे ਤੇ ਗੱਲ ਕਰਾਂਗੇ। ਆਪਾਂ ਗੱਲ ਕਰਾਂਗੇ ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਪਰ ਜੋ ਅੱਜ ਦਾ ਸਮਾਂ ਚੱਲ ਰਿਹਾ ਹੈ, ਕੀ ਇਸ ਵਿੱਚ ਸਾਰੇ ਸੰਤ ਪੂਰਨ ਨੇ? ਇੱਕ ਪਿੰਡ ਛੱਡ ਕੇ ਜਣਾ ਖਣਾ ਆਪਣੇ ਨਾਮ ਅੱਗੇ ਸੰਤ ਲਿਖਾਈ ਫਿਰਦਾ। 5 ਸਾਲ ਦਾ ਬੱਚਾ ਹੁੰਦਾ, 2 ਸੁਰਾਂ ਸਿਖਾ ਦਿੰਦੇ ਨੇ ਉਹਨੂੰ, ਤੇ ਉਹਦੇ ਅੱਗੇ ਵੱਡੇ ਵੱਡੇ ਵਿਸ਼ਲੇਸ਼ਣ ਲਾਉਂਦੇ ਨੇ ਬ੍ਰਹਮ ਗਿਆਨੀ, ਸੰਤ ਬਾਬਾ, ਹੋਰ ਕਈ ਵਿਸ਼ਲੇਸ਼ਣ। ਉਹ ਵਿਚਾਰੇ ਨੂੰ ਭਾਵੇਂ ਆਪਣੀ ਹੋਸ਼ ਨਾ ਹੋਵੇ, ਪਰ ਵਿਸ਼ਲੇਸ਼ਣ ਏਡੇ ਏਡੇ। ਭਾਵ ਕਿ ਇੱਕ ਪਿੰਡ ਛੱਡ ਕੇ ਸੰਤ ਆ ਜਾਂਦਾ ਹੈ, ਤੇ ਗੁਰੂ ਪਾਤਸ਼ਾਹ ਕਹਿ ਰਹੇ ਨੇ ਕੋਟਨ ਮੈਂ ਕਹੂ ਨਾਰਾਇਣ ਜਿਹ ਚੀਤ, ਵੀ ਉਹ ਤਾਂ ਕਰੋੜਾਂ ਵਿੱਚੋਂ ਇੱਕ ਹੈ। ਅੱਧਾ ਪਿੰਡ ਛੱਡ ਕੇ ਫਲਾਣਾ ਸੰਤ, ਫਲਾਣਾ ਸੰਤ, ਫਲਾਣਾ ਸੰਤ, ਫਲਾਣਾ ਸੰਤ ਬਾਬਾ। ਭਾਵੇਂ ਕਿ ਆਹ ਗੱਲਾਂ ਕਰਨ ਨਾਲ ਮੇਰੇ ਆਪਣੇ ਕਈ ਰੁੱਸ ਪੈਂਦੇ ਨੇ ਮਿੱਤਰ, ਪਰ ਮੈਂ ਤੁਹਾਨੂੰ ਪਹਿਲੇ ਕਹਿ ਚੁੱਕਿਆ ਹਾਂ, ਮੈਂ ਉਹ ਗੱਲ ਕਰਦਾ ਹਮੇਸ਼ਾ ਜਿਹੜੀ ਅਕਾਲ ਪੁਰਖ ਦੇ ਅਨੁਕੂਲ ਹੋਵੇ, ਉਹਦੇ ਨਾਲ ਮਿਲੇ ਬਸ। ਇੱਧਰ ਉੱਧਰ ਦੀਆਂ ਨਹੀਂ ਮੈਂ ਛੱਡਦਾ, ਕਿਸੇ ਨੂੰ ਚੰਗੀ ਲੱਗੇ ਭਾਵੇਂ ਨਾ ਲੱਗੇ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਜਿਹੜੇ ਸੰਤ ਸਮਾਜ ਵਿੱਚ ਕਾਫੀ ਸਮੇਂ ਤੋਂ ਜਿਹੜੇ ਸੰਪਰਦਾਵਾਂ ਦੇ ਵਿੱਚ ਪੂਰਨ ਮਹਾਤਮਾ ਵੀ ਹੋਏ, ਉਹਨਾਂ ਨੂੰ ਵੀ ਲੋਕੀ ਅੱਜ ਕੱਲ੍ਹ ਟਿੱਚ ਜਾਣਦੇ ਨੇ। ਕਿਉਂ ਜਾਣ ਰਹੇ ਨੇ? ਇਹਦਾ ਰੀਜ਼ਨ ਕੀ ਹੈ? ਸਾਡਾ ਤਾਂ ਚੱਲ ਨਰਾਦਰ ਉਹਨਾਂ ਨੇ ਕਰਨਾ ਹੀ ਹੈ, ਉਹਨਾਂ ਦਾ ਕਿਉਂ ਕਰਦੇ ਨੇ? ਪੁਰਾਣੇ ਉਹ ਤਾਂ ਬੰਦਗੀ ਵਾਲੇ ਸਨ। ਉਹ ਸਾਰੇ ਸਾਧੂ ਮਹਾਤਮਾ ਬੰਦਗੀਆਂ ਵਾਲੇ ਸਨ, ਉਹ ਤਾਂ ਕਮਾਈਆਂ ਵਾਲੇ ਸਨ। ਸਾਡੇ ਨਾਲ ਨਾਲ ਉਹਨਾਂ ਦਾ ਨਾਮ ਕਿਉਂ ਖਰਾਬ ਕਰਦੇ ਨੇ? ਇਹਦਾ ਰੀਜ਼ਨ ਇੱਕੋ ਹੈ, ਇਹਦਾ ਰੀਜ਼ਨ ਇੱਕੋ ਹੈ ਪਿਆਰਿਓ, ਕਿ ਅੱਜ ਕੱਲ੍ਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹਨੂੰ ਪੂਰਨ ਸੰਤ ਮੰਨੀਏ। ਇੱਕ ਪਿੰਡ ਛੱਡ ਕੇ ਫਲਾਣਾ ਸੰਤ, ਦੂਜਾ ਘਰ ਛੱਡ ਕੇ ਫਲਾਣਾ ਸੰਤ। ਭਾਵੇਂ ਇਹ ਗੱਲਾਂ ਮੇਰੀਆਂ ਬੁਰੀਆਂ ਲੱਗਣ ਕਿਸੇ ਨੂੰ, ਪਰ ਮੈਂ ਅਕਾਲ ਪੁਰਖ ਦੇ ਅਨੁਕੂਲ ਗੱਲ ਕਰ ਰਿਹਾ, ਆਪਣੇ ਪੰਥ ਦੇ ਅਨੁਕੂਲ, ਜੋ ਕਿ ਭਲੇ ਦੀ ਹੈ। ਜਿਹਨੇ ਮੰਨਣੀ ਹੋਈ ਮੰਨ ਲਿਓ ਨਿਮਾਣਾ ਜਿਹਾ ਕੂਕਰ ਜਾਣ ਕੇ, ਤੇ ਜਿਹਨੇ ਨਹੀਂ ਮੰਨਣੀ ਉਹ ਭਾਈ ਨਾ ਮੰਨਿਓ, ਉਹ ਕਮੈਂਟ ਵਿੱਚ ਗਾਲਾਂ ਕੱਢ ਲਿਓ ਭਾਈ, ਕੋਈ ਚੱਕਰ ਨਹੀਂ ਆਪਾਂ ਨੂੰ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਭਾਈ ਸ਼ਬਦ ਹੈ ਪਿਆਰੋ, ਜਿੰਨੀ ਉਹ ਸ਼ਬਦ ਵਿੱਚ ਬਰਕਤ ਆ ਨਾ, ਇੰਨੀ ਕਿਸੇ ਸ਼ਬਦ ਵਿੱਚ ਬਰਕਤ ਨਹੀਂ ਹੈਗੀ। ਪਹਿਲੇ ਨੰਬਰ 'ਤੇ ਤਾਂ ਜਿਹੜਾ ਭਾਈ ਆਪਣੇ ਅੱਗੇ ਲਿਖਾਉਂਦਾ ਹੈ, ਉਹਦਾ ਸਤਿਕਾਰ ਅਖੰਡ ਕੀਰਤਨੀਏ ਵੀ ਕਰਨਗੇ, ਉਹਦਾ ਸਤਿਕਾਰ ਮਿਸ਼ਰਨੀ ਵਾਲੇ ਵੀ ਕਰਨਗੇ, ਉਹਦਾ ਸਤਿਕਾਰ ਸਾਰੇ ਸੰਤ ਸੇਵੀ ਵੀ ਕਰਨਗੇ, ਉਹਦਾ ਸਤਿਕਾਰ ਘਰਾਂ ਵਿੱਚ ਰਹਿਣ ਵਾਲੇ ਵੀ ਗੁਰਸਿੱਖ ਕਰਨਗੇ। ਇਹ ਬਰਕਤ ਹੈ ਇਸ ਦੀ। ਤੇ ਅੱਜ ਕੱਲ੍ਹ ਜਣਾ ਖਣਾ ਆਪਣੇ ਅੱਗੇ ਸੰਤ ਲਿਖਾਈ ਫਿਰਦਾ, ਸੰਤ ਬਾਬਾ, ਸੰਤ ਬਾਬਾ। ਭਾਵੇਂ 2 ਦਿਨ ਅਗਲਾ ਕਿਸੇ ਸੰਪਰਦਾ ਜਾਂ ਟਕਸਾਲ ਵਿੱਚ ਰਿਹਾ ਹੋਵੇ, ਸੰਪਰਦਾਇ ਫਲਾਣੀ, ਸੰਪਰਦਾਇ ਫਲਾਣੀ, ਸੰਤ ਬਾਬਾ। ਲੈ ਬਸ ਇਸੇ ਕਰਕੇ ਹੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਤੁਹਾਨੂੰ ਫੇਕ ਦੱਸ ਰਹੀ ਹੈ,
ਫੇਕ ਬਾਬੇ। ਮੈਂ ਬਾਬਿਆਂ ਦਾ ਵਿਰੋਧੀ ਨਹੀਂ ਹਾਂ, ਸਾਰੀ ਜ਼ਿੰਦਗੀ ਬਾਬਿਆਂ ਦਾ ਹੀ ਖਾਧਾ ਹੈ, ਸੰਤਾਂ ਦਾ ਵਿਰੋਧੀ ਨਹੀਂ ਹਾਂ। ਸੰਤਾਂ ਦਾ ਮੈਂ ਕੂਕਰ ਹਾਂ, ਪਰ ਜਿਹੜੀ ਮੇਰੀ ਹਿਰਦੇ 'ਚ ਗੱਲ ਹੁੰਦੀ ਆ ਨਾ ਅਕਾਲ ਪੁਰਖ ਦੇ ਅਨੁਕੂਲ, ਉਹ ਮੈਂ ਕਰ ਦਿੰਦਾ। ਚਾਹੇ ਕੋਈ ਜਿੱਡਾ ਮਰਜ਼ੀ ਵੱਡਾ ਹੋਵੇ, ਰੁੱਸ ਜੇ, ਪਿੱਠ ਕਰ ਲਵੇ, ਮੂੰਹ ਘੁਮਾ ਲਵੇ, ਕੋਈ ਚੱਕਰ ਨਹੀਂ। ਪਰ ਮੈਂ ਤੁਹਾਨੂੰ ਪਹਿਲੇ ਕਹਿ ਚੁੱਕਿਆ ਹਾਂ, ਮੈਂ ਗੱਲ ਉਹ ਕਰਦਾ ਜਿਹੜੀ ਅਕਾਲ ਪੁਰਖ ਦੇ ਅਨੁਕੂਲ ਹੈ, ਗੁਰੂ ਸਾਹਿਬ ਦੇ ਅਨੁਕੂਲ ਹੈ। ਕਿਸੇ ਨੇ ਮੰਨਣੀ ਨਾ ਮੰਨੋ, ਕਿਸੇ ਨੇ ਮੰਨਣੀ ਮੰਨ ਲਓ, ਨਹੀਂ ਮੰਨਣੀ ਨਾ ਮੰਨੋ। ਬੁਰਾ ਕਹੋ, ਗਾਲਾਂ ਕੱਢੋ, ਜੋ ਮਰਜ਼ੀ ਕਹੋ। ਮੈਂ ਗੱਲ ਕਰਦਾ ਸੀ ਜਿੰਨੀ ਬਰਕਤ ਭਾਈ ਸ਼ਬਦ ਦੇ ਵਿੱਚ ਹੈ, ਅੱਗੇ ਲਾਉਣ ਕਰਕੇ ਇੰਨੀ ਕਿਸੇ ਸ਼ਬਦ ਵਿੱਚ ਬਰਕਤ ਨਹੀਂ। ਅੱਜ ਦੇ ਸਮੇਂ ਵਿੱਚ ਤੁਸੀਂ ਭਾਈ ਲਿਖਾ ਕੇ ਵੇਖ ਲਓ, ਤੁਹਾਡਾ ਸਤਿਕਾਰ ਸਾਰੇ ਕਰਨਗੇ। ਅਤੇ ਜਿਨ੍ਹਾਂ ਨੇ ਅੱਗੇ ਸੰਤ ਲਿਖਾਇਆ ਹੈ ਉਹਨਾਂ ਦਾ ਸਤਿਕਾਰ ਸਿਰਫ ਮੂੰਹ 'ਤੇ ਹੀ ਕਰਨਗੇ, ਮੂੰਹ 'ਤੇ ਹੀ ਲੋਕ ਮੱਥੇ ਟੇਕਦੇ ਨੇ। ਮੈਂ ਵਿੱਚ ਰਹਿ ਕੇ ਵੇਖਿਆ, ਪਿੱਛੋਂ ਗਾਲਾਂ ਕੱਢਦੇ ਨੇ, ਟਕੇ ਦਾ ਸੰਤ ਫਿਰਦਾ। ਝੂਠ ਨਹੀਂ ਹੈਗਾ, ਕਿਉਂਕਿ ਇਹ ਸਾਰਾ ਢਾਂਚਾ ਫੇਕ ਲੱਗਦਾ। ਅੱਜ ਕੱਲ੍ਹ ਜ਼ਮਾਨਾ ਪੜ੍ਹਿਆ ਲਿਖਿਆ ਹੈ, ਹਰੇਕ ਹੀ ਆਪਣੇ ਅੱਗੇ ਸੰਤ ਲਿਖਾਈ ਫਿਰਦਾ। 11 ਸਾਲ ਦਾ ਮੁੰਡਾ ਹੁੰਦਾ ਉਹ ਸੰਤ ਬਾਬਾ, ਬ੍ਰਹਮ ਗਿਆਨੀ 112, 108। ਇਹ ਸਾਡੀਆਂ ਇਹ ਜਿਹੜੀਆਂ ਕਰਤੂਤਾਂ ਕਰਕੇ ਸਾਡੇ ਜਿਹੜੇ ਪੁਰਾਣੇ ਮਹਾਤਮਾ ਕਮਾਈਆਂ ਵਾਲੇ ਹੋਏ ਨੇ, ਇਹ ਸਾਡੀ ਕਰਤੂਤ ਕਰਕੇ ਸਾਡੇ ਵਰਗਾ ਹੀ ਉਹਨਾਂ ਨੂੰ ਸਮਝਣ ਲੱਗ ਜਾਂਦੇ ਨੇ, ਜਿਸ ਕਰਕੇ ਫਿਰ ਆਪਾਂ ਬਾਅਦ ਵਿੱਚ ਭੜਕਦੇ ਹਾਂ ਕਿ ਲੋਕ ਉਹਨਾਂ ਨੂੰ ਬੁਰਾ ਕਹਿੰਦੇ ਨੇ। ਉਹਨਾਂ ਨੂੰ ਕੋਈ ਨਹੀਂ ਬੁਰਾ ਕਹਿੰਦਾ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਇੱਕ ਸੰਪਰਦਾ ਵਿੱਚ ਮੈਂ ਥੋੜ੍ਹਾ ਚਿਰ ਰਹਿ ਕੇ ਵੇਖਿਆ, ਸਾਰੀ ਜ਼ਿੰਦਗੀ ਰਿਹਾ ਭਾਵੇਂ। ਉਹਨਾਂ ਵਿੱਚ ਇੱਕ ਮੁੱਖ ਕੀਰਤਨੀਏ ਸਨ, ਅਤੇ ਜਿਹੜੇ ਉਹਨਾਂ ਤੋਂ ਵੱਡੇ ਸਨ ਮੁਖੀ ਮਹਾਂਪੁਰਸ਼। ਪਿਆਰਿਓ, ਜਿੰਨਾ ਚਿਰ ਉਹ ਸਰੀਰ ਕਰਕੇ ਰਹੇ ਨੇ, ਉਹਨਾਂ ਚਿਰ ਉਹ ਜਿਹੜੇ ਕੀਰਤਨੀਏ ਸਨ ਮੁਖੀ, ਉਹਨਾਂ ਨੇ ਆਪਣੇ ਨਾਮ ਅੱਗੇ ਹਮੇਸ਼ਾ ਭਾਈ ਲਿਖਾਇਆ। ਜੇ ਕੋਈ ਇਸ਼ਤਿਹਾਰਾਂ ਵਿੱਚ ਸੰਗਤ ਉਹਨਾਂ ਅੱਗੇ ਸੰਤ ਸ਼ਬਦ ਲਿਖ ਵੀ ਦਿੰਦੀ ਸੀ ਅਤੇ ਉੱਥੇ ਤਾੜਨਾ ਕਰਕੇ ਆਉਂਦੇ ਸਨ ਕਿ ਸਾਡੇ ਅੱਗੇ ਭਾਈ ਲਿਖਿਓ। ਇਹ ਉਹਨਾਂ ਦੀ ਨਿਮਰਤਾ। ਇੱਥੇ ਮੈਂ ਇੱਕ ਗੱਲ ਹੋਰ ਕਹਿ ਦਿਆਂ, ਜਿਵੇਂ ਟਕਸਾਲ ਹੈ, ਸੰਪਰਦਾ ਨਾਨਕਸਰ ਹੈ, ਨਿਰਮਲਿਆਂ ਦੀ ਸੰਪਰਦਾ ਹੈ, ਸੰਪਰਦਾ ਰਾੜਾ ਸਾਹਿਬ ਹੈ, ਕਿੰਨੀਆਂ ਹੀ ਸੰਪਰਦਾਵਾਂ ਨੇ। ਨਿਹੰਗ ਸਿੰਘਾਂ ਦੀ ਸੰਪਰਦਾ ਵੱਖਰੀ ਹੈ। ਇੱਥੇ ਮੇਰੀ ਇੱਕ ਬੇਨਤੀ, ਸਾਰੇ ਸੰਪਰਦਾਵਾਂ ਵਾਲੇ ਗੁਰਸਿੱਖ ਮਹਾਂਪੁਰਸ਼ ਪ੍ਰਵਾਨ ਕਰਿਓ। ਮੈਂ ਆਪਣੇ ਹਿਰਦੇ ਦੀ ਗੱਲ ਦੱਸਣ ਲੱਗਾ ਤੁਹਾਨੂੰ, ਤੁਹਾਡੇ ਭਲੇ ਦੀ ਹੈ। ਆਪਣਾ ਕੂਕਰ ਸਮਝ ਕੇ, ਆਪਣੇ ਚਰਨਾਂ ਦਾ ਭੌਰਾ ਸਮਝ ਕੇ ਇਹ ਗੱਲ ਪ੍ਰਵਾਨ ਕਰ ਲਿਓ, ਸਾਰੇ ਗੁਰਸਿੱਖ ਸੰਪਰਦਾਵਾਂ ਵਾਲੇ। ਜਿਵੇਂ ਸੰਪਰਦਾ ਜਿਹੜੀ ਟਕਸਾਲ ਹੈ, ਉਹਨਾਂ ਦੇ ਇਸ ਵਕਤ ਮੁਖੀ ਨੇ ਜਿਹੜੇ, ਉਹ ਹਨ ਸੰਤ ਬਾਬਾ ਹਰਨਾਮ ਸਿੰਘ ਜੀ। ਅਤੇ ਉਹਨਾਂ ਤੋਂ ਇਲਾਵਾ ਜਿਹੜੇ ਉਹਨਾਂ ਤੋਂ ਛੋਟੇ ਸਥਾਨ ਨੇ, ਬ੍ਰਾਂਚਾਂ ਨੇ, ਉਹਨਾਂ ਨੇ ਵੀ ਆਪਣੇ ਅੱਗੇ ਸੰਤ ਲਿਖਾਇਆ ਹੋਇਆ ਹੈ। ਉਹ ਵੀ ਆਪਣੇ ਆਪ ਨੂੰ ਮੁਖੀ ਮੰਨਦੇ ਨੇ। ਮੈਂ ਇੱਥੇ ਇਹ ਕਹਿਣਾ ਚਾਹੁੰਦਾ ਹਾਂ, ਜਿਵੇਂ ਸੰਪਰਦਾ ਟਕਸਾਲ ਹੈ, ਨਾਨਕਸਰ ਹੈ, ਨਿਹੰਗ ਸਿੰਘਾਂ ਦੀ ਹੈ, ਨਿਰਮਲਿਆਂ ਦੀ ਹੈ, ਰਾੜਾ ਸਾਹਿਬ ਹੈ, ਉਹਨਾਂ ਦੇ ਜਿਹੜੇ ਮੁਖੀ ਮਹਾਂਪੁਰਸ਼ ਨੇ, ਸਿਰਫ ਉਹਨਾਂ ਦੇ ਅੱਗੇ ਹੀ ਸੰਤ ਲੱਗਿਆ ਜਾਵੇ, ਕਿੰਨਾ ਵਧੀਆ ਲੱਗੇਗਾ। ਅਗਲੀ ਜਨਰੇਸ਼ਨ ਕੋਈ ਸਵਾਲ ਵੀ ਨਹੀਂ ਕਰ ਸਕੇਗੀ, ਕਿਉਂਕਿ ਸੰਤ ਇੱਕ ਹੋਊਗਾ, ਬਾਕੀ ਸਾਰਿਆਂ ਅੱਗੇ ਭਾਈ ਲੱਗਿਆ ਜਾਵੇ। ਜਿਵੇਂ ਨਾਨਕਸਰ ਸੰਪਰਦਾ, ਉਹਨਾਂ ਦੇ ਜਿਹੜੇ ਮੁਖੀ ਨੇ, ਮੇਨ ਮੁਖੀ ਨੇ ਜਿਹੜੇ, ਸਿਰਫ ਉਹਨਾਂ ਦੇ ਅੱਗੇ ਸੰਤ ਲੱਗੇ ਸ਼ਬਦ, ਕਿੰਨਾ ਵਧੀਆ ਲੱਗੇਗਾ।
ਤੇ ਬਾਕੀਆਂ ਅੱਗੇ ਭਾਈ ਲੱਗੇ। ਉਹ ਭਾਵੇਂ ਕਿਸੇ ਵੀ ਡੇਰੇ ਦੇ ਮੁਖੀ ਹੋਣ, ਭਾਵੇਂ ਉਹਨਾਂ ਦੀ ਕਿਸੇ ਬ੍ਰਾਂਚ ਦੇ ਕਿਤੇ ਵੀ ਮੁਖੀ ਹੋਣ, ਉਹਨਾਂ ਅੱਗੇ ਭਾਈ ਲੱਗੇ। ਸੰਤ ਸਿਰਫ ਇੱਕੋ ਮਹਾਂਪੁਰਸ਼ ਦੇ ਅੱਗੇ ਲੱਗੇ, ਜਿਹੜੇ ਮੇਨ ਸੰਪਰਦਾ ਦੇ ਮੁਖੀ ਹੋਣ। ਕਿਉਂਕਿ ਜਿਵੇਂ ਸਕੂਲਾਂ ਦੇ ਵਿੱਚ ਇੱਕ ਦੇ ਜਿਹੜਾ ਮੁਖੀ ਹੈੱਡ ਹੁੰਦਾ ਹੈ, ਉਹਦੇ ਅੱਗੇ ਪ੍ਰਿੰਸੀਪਲ ਲੱਗਦਾ ਹੈ। ਜੇ ਸਾਰੇ ਟੀਚਰ ਹੀ ਪ੍ਰਿੰਸੀਪਲ ਲਗਵਾ ਲੈਣ ਅੱਗੇ, ਸਾਰੇ ਟੀਚਰਾਂ ਨੂੰ ਪ੍ਰਿੰਸੀਪਲ ਆਖਣ ਲੱਗ ਜਾਈਏ ਆਪਾਂ, ਫਿਰ ਵਧੀਆ ਨਹੀਂ ਲੱਗੇਗਾ। ਤੇ ਫਿਰ ਮੇਨ ਜਿਹੜਾ ਪ੍ਰਿੰਸੀਪਲ ਉਹਦਾ ਵੀ ਇੰਨੀ ਰਿਸਪੈਕਟ ਨਹੀਂ ਰਹੇਗੀ। ਇਸੇ ਕਰਕੇ ਉਹਨਾਂ ਨੇ ਸਿਰਫ ਜਿਹੜਾ ਹੈੱਡ ਹੁੰਦਾ ਹੈ, ਜਿਹੜਾ ਸਾਰੇ ਟੀਚਰਾਂ ਦੀ ਅਟੈਂਡੈਂਸ ਲਾਉਂਦਾ ਹੈ, ਹਾਜ਼ਰੀ ਲਾਉਂਦਾ ਹੈ, ਉਹਦੇ ਅੱਗੇ ਪ੍ਰਿੰਸੀਪਲ ਲੱਗਿਆ ਹੁੰਦਾ ਨਾ। ਬਿਲਕੁਲ ਇਸੇ ਤਰ੍ਹਾਂ ਹੀ ਮੈਂ ਚਾਹੁੰਦਾ ਜਿੰਨੀਆਂ ਵੀ ਸੰਪਰਦਾਵਾਂ ਨੇ, ਉਹਨਾਂ ਦੇ ਜਿਹੜੇ ਮੁਖੀ ਨੇ ਮਹਾਂਪੁਰਸ਼, ਸਿਰਫ ਉਹਨਾਂ ਦੇ ਅੱਗੇ ਹੀ ਸੰਤ ਪਦ ਲੱਗਿਆ ਜਾਵੇ। ਇਹ ਬੇਨਤੀ ਮੇਰੀ ਪ੍ਰਵਾਨ ਕਰਿਓ ਜੇ ਕਰ ਸਕਦੇ ਹੋ। ਤੇ ਨਹੀਂ ਕਰਨੀ ਉਹ ਤਾਂ ਤੁਹਾਡੀ ਮਰਜ਼ੀ ਹੈ, ਪਰ ਕਿੰਨਾ ਵਧੀਆ ਲੱਗੇ। ਫਿਰ ਜਣਾ ਖਣਾ ਉੱਠ ਕੇ ਆਪਣੇ ਆਪ ਨੂੰ ਸੰਤ ਨਹੀਂ ਕਹਾ ਸਕਦਾ। ਅਗਲੇ ਵਿਚਾਰੇ ਨੂੰ ਸੰਤ ਦੀ ਡੈਫੀਨੇਸ਼ਨ ਪਤਾ ਵੀ ਨਹੀਂ ਹੁੰਦੀ, ਤੇ ਸੰਗਤਾਂ ਬੋਰਡ ਦੇ ਉੱਤੇ ਬ੍ਰਹਮ ਗਿਆਨੀ ਸੰਤ ਬਾਬਾ, ਉਹਨੂੰ ਵਿਚਾਰੇ ਨੂੰ ਪਤਾ ਵੀ ਨਹੀਂ ਹੈ। ਇਹ ਬੇਨਤੀ ਮੇਰੀ ਪ੍ਰਵਾਨ ਕਰਿਓ। ਇੱਕ ਗੱਲ ਮੈਂ ਇੱਥੇ ਹੋਰ ਕਹਿ ਦਿਆਂ, ਇਹ ਗੱਲ ਮੈਂ ਤਾਂ ਕੀਤੀ ਆ ਵੀ ਇੱਕ ਜਾਣੇ ਦੇ ਅੱਗੇ ਸੰਤ ਲੱਗੇ। ਪਤਾ ਕਿਉਂ? ਮੇਰੇ ਇੱਕ ਮਿੱਤਰ ਨੇ, ਉਹ ਗਏ ਮਣੀਕਰਨ ਸਾਹਿਬ। ਝੂਠ ਨਹੀਂ ਹੈ, ਜੇ ਤੁਹਾਡੇ ਕਿਸੇ ਦੇ ਮਨ 'ਚ ਸ਼ੰਕਾ ਹੋਇਆ, ਮੈਂ ਉਹਨਾਂ ਨੂੰ ਲਾਈਵ ਕਰਾ ਦਾਂਗਾ ਉਹਨਾਂ ਦੇ ਘਰ ਜਾ ਕੇ। ਤੇ ਉਹ ਵੀ ਰਾੜਾ ਸਾਹਿਬ ਸੰਪਰਦਾ ਦੇ ਵਿੱਚ ਰਹੇ ਨੇ ਕੁਝ ਸਮਾਂ। ਤੇ ਜਦੋਂ ਮਣੀਕਰਨ ਗਏ ਤੇ ਉੱਥੇ ਦੇ ਪ੍ਰਬੰਧਕ ਉਹਨਾਂ ਨੂੰ ਕਹਿਣ ਲੱਗੇ, ਜਿਹੜੇ ਤੁਹਾਡੇ ਫਲਾਣੇ ਮੁਖੀ ਨੇ ਉਹ ਠੀਕ ਨੇ, ਚੜ੍ਹਦੀ ਕਲਾ 'ਚ ਨੇ, ਉਹਨਾਂ ਬਾਰੇ ਦੱਸੋ। ਉਹ ਹੈਰਾਨ ਹੋ ਗਏ ਵੀ ਜਿਨ੍ਹਾਂ ਦਾ ਇਹ ਨਾਮ ਲੈ ਰਹੇ ਨੇ ਉਹ ਤਾਂ ਮੁਖੀ ਹੈ ਹੀ ਨਹੀਂ, ਮੁਖੀ ਤਾਂ ਕੋਈ ਹੋਰ ਨੇ। ਇਸੇ ਤਰ੍ਹਾਂ ਕਈ ਵਾਰ ਹੋਇਆ। ਮੈਂ ਖੁਦ ਕਈ ਸਥਾਨਾਂ 'ਤੇ ਗਿਆ ਜਿੱਥੇ ਮੁਖੀ ਦਾ ਵਿਚਾਰੇ ਦਾ ਪਤਾ ਹੀ ਨਹੀਂ ਹੁੰਦਾ। ਆਪਣੇ ਆਪ ਨੂੰ ਮੁਖੀ ਕਹਾਉਣ ਵਾਲੇ, ਆਲੇ ਦੁਆਲੇ ਵਾਲੀਆਂ ਬ੍ਰਾਂਚਾਂ ਵਾਲੇ, ਉਹੀ ਉੱਥੇ ਮੁਖੀ ਦੱਸ ਆਉਂਦੇ ਨੇ ਆਪਣੇ ਆਪ ਨੂੰ। ਹੁੰਦੇ ਨੇ ਕਈ ਫੇਕ। ਤੇ ਇਹ ਗੱਲ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ। ਜਿਹੜੇ ਮੁਖੀ ਨੇ ਬਸ ਉਹਨਾਂ ਨੂੰ ਮੁਖੀ ਕਿਹਾ ਜਾਵੇ, ਉਹਨਾਂ ਅੱਗੇ ਸੰਤ ਪਦ ਲੱਗੇ। ਤਾਂ ਕਰਕੇ ਮੈਂ ਇਹ ਬੇਨਤੀ ਕੀਤੀ ਹੈ। ਬਾਕੀ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ। ਆਹ ਥੋੜ੍ਹੇ ਦਿਨ ਪਹਿਲੇ ਦੀ ਗੱਲ ਹੈ। ਇੱਕ ਗੁਰਮੁਖ ਪਿਆਰਾ ਆਪਣੇ ਜਥੇ ਦੇ ਨਾਲ ਫੋਰਨ ਵਿੱਚ ਜਾ ਕੇ ਆਇਆ ਹੈ। ਉਹ ਹੈ ਤਾਂ ਵਿਚਾਰਾ ਘਰ ਰਹਿੰਦਾ ਆਪਣੇ, ਬਸ ਮੇਰੇ ਵਾਂਗ ਚਿੱਟਾ ਬਾਣਾ ਪਾਉਂਦਾ, ਤੇ ਆਪਣਾ ਜਥਾ ਉਹਦਾ, ਤੇ ਨਾਲ ਕੀਰਤਨ ਕਰਦਾ ਧਾਰਨਾ ਵਿੱਚ। ਤੇ ਉਹਦੀਆਂ ਮੈਂ ਨੈੱਟ 'ਤੇ ਫੋਟੋਆਂ ਦੇਖੀਆਂ, ਜਿਹੜੇ ਬਾਹਰ ਉਹਦੇ ਪੋਸਟਰ ਛਪੇ ਨਾ, ਉਹਦੇ ਉੱਤੇ ਲਿਖਿਆ ਹੋਇਆ ਫਲਾਣੀ ਸੰਪਰਦਾ ਦੇ ਮੁਖੀ। ਗਿਆ ਕਿੱਥੋਂ ਆ? ਘਰੋਂ। ਤੇ ਪੋਸਟਰ 'ਤੇ ਲਿਖਿਆ ਫਲਾਣੀ ਸੰਪਰਦਾ ਦੇ ਮੁਖੀ ਬਾਬਾ ਜੀ ਰਾਤ ਨੂੰ 8 ਤੋਂ 10 ਕੀਰਤਨ ਕਰਨਗੇ। ਤੇ ਮੁਖੀ ਵਿਚਾਰੇ ਇੱਥੇ ਫਿਰਦੇ ਨੇ, ਜਿਹੜੇ ਮਹਾਂਪੁਰਸ਼। ਉਹ ਘਰੋਂ ਉੱਠ ਕੇ, ਭਾਵੇਂ ਉਹ ਸੰਪਰਦਾ ਵਿੱਚ ਸੇਵਾ ਵੀ ਨਾ ਕੀਤੀ ਹੋਵੇ, 2 ਦਿਨ ਨਾ ਰਿਹਾ ਹੋਵੇ, ਤੇ ਆਪਣੇ ਆਪ ਨੂੰ ਮੁਖੀ ਕਹਾ ਰਹੇ ਨੇ ਬਾਹਰ ਜਾ ਕੇ। ਕਿੰਨੇ ਡਾਲਰ ਕਮਾ ਰਹੇ ਨੇ। ਇਹ ਗੱਲਾਂ ਬਿਲਕੁਲ ਮੈਨੂੰ ਪਸੰਦ ਨਹੀਂ ਹੈਗੀਆਂ। ਭਾਵੇਂ ਸਾਡੇ ਵਾਲੀ ਕਈ ਸੰਤ ਰੁੱਸ ਜਾਣ, ਪਰ ਮੇਰੀ ਬੇਨਤੀ ਤੁਹਾਨੂੰ ਪ੍ਰਵਾਨ ਕਰਨੀ ਪੈਣੀ ਹੈ। ਆਪਣੇ ਚਰਨਾਂ ਦਾ ਭੌਰਾ ਸਮਝ ਕੇ ਕਰ ਲਿਓ। ਜਿੰਨੇ ਵੀ ਮਹਾਂਪੁਰਸ਼ ਨੇ, ਟਕਸਾਲ ਵਾਲੇ ਨੇ ਜਿਹੜੇ, ਉਹ ਆਪਣੇ ਅੱਗੇ ਲਿਖਾਉਣ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਰਾਮ ਸਿੰਘ ਅਜਨਾਲਾ, ਭਾਵ ਕਿ ਜਿਹੜੇ ਮੁਖੀ ਨੇ ਉੱਥੋਂ ਦੇ ਉਹੀ ਸੰਤ, ਉਹਨਾਂ ਅੱਗੇ ਸੰਤ ਲੱਗਿਆ ਜਾਵੇ। ਭਾਈ ਕਸ਼ਮੀਰਾ ਸਿੰਘ ਜੀ, ਭਾਈ ਲਖਬੀਰ ਸਿੰਘ ਜੀ, ਭਾਈ ਹਰਪਾਲ ਸਿੰਘ ਜੀ, ਹੋਰ ਕਈ ਨੇ, ਭਾਈ ਭੁਪਿੰਦਰ ਸਿੰਘ ਜੀ। ਕਿਉਂਕਿ ਇੱਥੇ ਉਮਰ ਨਾ ਵੇਖੋ ਭਾਈ, ਤੁਸੀਂ
मैं सब का सत्कार करदा, ਇਹੋ ਜਿਹੀ कोई गल नहीं। पर यह पॉइंट मैं तुहानूं तां दस रहा भी अगली जनरेशन को जे तुसीं सत्कार लेना चाहुंदे हो, जे उन्होंने तुसीं संत सेवी बनाउणा चाहुंदे हो तो अपने अगे अज ही भाई ला लो। जिहड़े मुखी ने उन्हां अगे सिर्फ संत पद लगे। मैं तुहाडा कोई निरादर नहीं करना चाहुंदा, पर इस तरह कई फेक भी बन जाते हैं। घरों उठ के बाहर जाके डॉलर कमाउण वास्ते अपने अगे लिखवा लेंदे ने संप्रदा दे मुखी, फलानी संप्रदा दे मुखी। मैं इत्थे नाम तां नहीं यूज़ कर रहा, तुहानूं पता ही है कई सवाल खड़े हो जाते हैं फिर। पर मैं अपने अंदर की रूह का व्यू तुहानूं दस्सिया, अपनी गल दसी है तुहानूं कि अज दे समय विच भाई शब्द अगे लाउण नाल देखियो कितनी बरकत पैंदी है। लोकी संतां नालों पता क्यों टुटे ने? इसे करके टुटे ने, उन्होंने पता ही नहीं लगता। दो घर छड्ड के संत, एक पिंड छड्ड के संत। एक संत की उम्र 5 साल है, दूजे संत की 11 साल है, तीजे की 90 साल है। विचारे मनन किनू? 90 साल वाले नूं। फिर दूजे रुसदे आ। इत्थे तां इहो जे मैं लोग वेखे ने, साडी ना इत्थे एक स्टेज है महापुरुषां दी, उत्थे विचारे स्टेज सैकटरी साहब ने संत की थां भाई शब्द कह दिता। वो जड़े आए सन बाहरों, कोई गुरसिख प्यारे होर कितों अस्थान तो, ते शाम नूं उन्होंने फोन कर दिता कि अगे तो मैं तुहाडे इत्थे नहीं आउणा, तुसीं मेरे अगे संत नहीं लाया। वो गुरमुखो समझदारी तो काम लो। आही गल्लां करके ना लोग संतां दी निंदा कर रहे हैं ज़्यादा, संतां नूं फेक ढांचा दसदे ने आही गल्लां करके। मैं संतां विच रहा सारी जिंदगी, मैनूं खुद फेक ढांचा लगन लग गया। हुण मैं तुहानूं सच दस रहा, क्यों? टके दा बंदा नहीं हुंदा, 10 बजे अगला उठण डिया ते उहदे अगे संत बाबा। इस करके मैं कह रहा, बेनती है मेरी भाई हाथ जोड़ के कि संत पद सिर्फ उन्हां अगे ही लगे जेड़े संप्रदा दे मुखी होण, सिर्फ। बाकी सारे भाई लिखाओ। इत्थे मैं तुहाडा नरादर नहीं कर रहा, बेनती कर रहा बस तुहानूं कि जे तुसीं अपने नाल अगली जनरेशन नूं जोड़ना चाहुंदे हो कि पढ़ी लिखी जनरेशन तुहाडे नाल जुड़ जाए, अपने अगे भाई शब्द लगा लो, बरकत पवेगी, बरकत। भावें कि 4-5 साल हो गए आ मेरे आले दुआले वाले कई मैनू संतां दा निंदक दसन लग जाते हैं, कई सिर्फ आही गल्लां करके। ऐ कोई संतां दा निंदक नहीं हुंदा, की पता तुहाडे नाल ज़्यादा मेरे अंदर प्यार होवे। कही जाओ तुसीं, मैनूं तां कोई फर्क नहीं पैंदा। मैं तुहाडे भले की गल कर रहा, क्योंकि मैं हरेक जगह हरेक दे विच विचर के देखिया। सूक्ष्म दी सूक्ष्म गल नूं मैं बड़ी बरीकी नाल समझिया भी ये गल्लां क्यों हुंदियां ने। ये गल्लां सिर्फ आपां आप कराउने आ। तुसीं गुरु दे अनुकूल चल के देखो एक बारी, सिर्फ 2 सुरां सिੱਖਣ करके बंदा कोई संत बन जू। चलो मैं तो मनदा, मैं तो मन लूँगा चलो भी कोई प्रभु के गुण गाउंदा है, कीर्तन करता है, वह भी संत है। गुरु के लंगर की सेवा करता वह भी संत आ, मैं मनूँगा ना, मैं संत सेवी रहा सारी जिंदगी। मेरी भावना कोई होर होवेगी। पर जे तुसीं नवीं जनरेशन नूं जोड़ना चाहुंदे हो, वो सिर्फ तां ही जुड़ेगी प्यारिओ, नहीं तो किसी ने नहीं जुड़ना तुहाडे नाल। पुराने जिहड़े जुड़े ने उन्हां दे बच्चे ही जुड़नगे बस, वो भी नहीं अजकल जुड़ते। मैं रह के वेख्या उन्हां दे कोल, वो फेक ढांचा दसदे ने तुहानूं, फलाना संत फेक है, फलाना संत एवें है। सच गल है, बाहरों भावें तुहानूं मत्थे टेकण, सच्चियां गल्लां ने मेरियां। सारे संतां नूं बेनती है, सारियां संप्रदा वाले महापुरुषां नूं बेनती है भी ये ऐलान करा दिओ अपने अस्थानां ते कि जिहड़े संप्रदा दे मुखी होण सिर्फ उन्हां दे अगे ही संत लगे, होर किसी अगे संत पद ना लगे, ना किसी अगे बाबा लगे, सारियां अगे भाई लगे। कोई भी अस्थान दे मुखी होण, बेनती है मेरी।
ਬਾਕੀ ਤੁਸੀਂ ਸਮਝਦਾਰ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਆਪ। ਕਈ ਤਾਂ ਮੈਂ ਇਹੋ ਜਿਹੇ ਲੋਕ ਦੇਖੇ ਨੇ, ਆਪ ਹੀ ਪੋਸਟਰ ਛਪਵਾਉਣਗੇ ਆਪਣੇ, ਉਹਦੇ ਅੱਗੇ ਲਿਖਾਉਣਗੇ ਵੱਡਾ ਕਰਕੇ 108 ਸੰਤ ਬਾਬਾ ਫਲਾਣਾ ਸਿੰਘ ਜੀ, ਇੰਨੇ ਪਾਠਾਂ ਦੀ ਲੜੀ ਕਰ ਰਹੇ ਨੇ। ਤੁਹਾਨੂੰ ਦੁਨੀਆ ਕਹਿ ਰਹੀ ਹੈ ਸੰਤ, ਤੁਸੀਂ ਆਪ ਹੀ ਲਿਖਾਈ ਜਾਂਦੇ ਹੋ। ਹਾਂ, ਜਿਹੜੇ ਸਿਰਫ ਸੰਪਰਦਾ ਦੇ ਮੁਖੀ ਨੇ ਉਹ ਸਤਿਕਾਰਯੋਗ, ਉਹਨਾਂ ਦੇ ਅੱਗੇ ਸੰਤ ਪਦ ਲੱਗੇਗਾ ਤੇ ਦੁਨੀਆ ਤੁਹਾਡਾ ਸਤਿਕਾਰ ਆਪਣੇ ਆਪ ਕਰਨ ਲੱਗ ਜੂਗੀ। ਲਿਖਾ ਕੇ ਲੈ ਲਓ, ਤੁਹਾਡੀ ਕਿਸੇ ਨੇ ਨਿੰਦਿਆ ਨਹੀਂ ਕਰਨੀ, ਨਾ ਮਿਸ਼ਰ ਨਹੀਂ ਕਰਨਗੇ। ਬਸ ਆਹ ਥੋੜ੍ਹੀਆਂ ਜਿਹੀਆਂ ਗੱਲਾਂ ਛੱਡ ਦਿਓ, ਉਹਨਾਂ ਨੂੰ ਪਰੇ ਕਰ ਦਿਓ। ਇਹ ਮੈਨੂੰ ਤਾਂ ਦੁੱਖ ਲੱਗਦਾ ਹੈ ਕਿ ਇਸ ਤਰ੍ਹਾਂ ਸਾਡੇ ਕਰਕੇ ਜਿਹੜੇ ਪੁਰਾਣੇ ਮਹਾਤਮਾ ਹੋ ਚੁੱਕੇ ਨੇ, ਇੰਨੀਆਂ ਬੰਦਗੀਆਂ ਵਾਲੇ, ਪਰਮੇਸ਼ਰ ਸਰੂਪ, ਉਹਨਾਂ ਦਾ ਨਿਰਾਦਰ ਵੀ ਹੋ ਜਾਂਦਾ ਹੈ। ਲੋਕੀ ਸੋਚਦੇ ਨੇ ਵੀ ਜਿਹੜੇ ਅੱਜ ਕੱਲ੍ਹ ਦੇ ਸੰਤ ਨੇ ਇਹਨਾਂ ਵਰਗੇ ਹੋਣਗੇ ਪਹਿਲੇ ਵੀ। ਇਹ ਗੱਲ ਹੈ। ਬਾਕੀ ਤੁਸੀਂ ਭਾਈ ਸਾਰੇ ਸਿਆਣੇ ਹੋ, ਮੈਂ ਆਪਣੇ ਅੰਦਰ ਦੀ ਭੜਾਸ ਜੀ ਕੱਢਣੀ ਸੀ, ਕੱਢ ਲਈ ਹੈ। ਮੰਨ ਸਕਦੇ ਹੋ ਮੰਨ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।